ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਵਿਗਨਨ ਕੇ ਨਾਸ਼ਕ ਵਿਗਨਨ ਕੀ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਿਕਾਸਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਚੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਕਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਏ। ਦੋਹਰਾ लेकर फतेह खालसा आयो डेरे बितर लगाए। बनो केहरी मिले दून में सतगुर फतेह बुलाए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰ ਸਰਵਣ ਕਰ ਰਹੇ ਸੀ ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਭੀਮ ਚੰਦ ਵਰਗੇ ਰਾਜਿਆਂ ਨੇ ਇਕੱਠੇ ਹੋ ਕੇ ਆਪਣੀ ਇਕੱਠੀ ਕੀਤੀ ਹੋਈ ਫੌਜ ਨਾਲ ਗੁਰੂ ਕੀਆਂ ਫੌਜਾਂ ਤੇ ਹਮਲਾ ਕੀਤਾ। ਪਰ ਗੁਰੂ ਕੇ ਸਿੰਘਾਂ ਨੇ ਚੰਗੇ ਲੋਹੇ ਦੇ ਚਣੇ ਚਵਾਏ ਉਹਨਾਂ ਨੂੰ। ਗੁਰੂ ਪਿਆਰਿਓ, ਸਾਰਾ ਇਲਾਕਾ ਜਿਹੜਾ ਹੈ ਕਿਲ੍ਹਾ ਸਾਹਿਬ ਤੋਂ ਲੈ ਕੇ ਕਿਲ੍ਹਾ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਸਾ ਦੇ ਵਿਚਾਲੇ ਜਿਹੜਾ ਮੈਦਾਨ ਸੀ ਲੋਥਾਂ ਨਾਲ ਭਰ ਗਿਆ ਔਰ ਖਾਲਸੇ ਦੀ ਫਤਿਹ ਹੋਈ, ਜੰਗ ਜਿੱਤ ਗਈ। ਕਿਉਂਕਿ ਦਿਨ ਛਿਪ ਗਿਆ। ਜਿਹੜੇ ਪਹਾੜੀਏ ਸਨ ਜਿਹੜੇ ਬਚ ਗਏ ਉਹ ਡਰਦੇ ਭੱਜ ਗਏ, ਬਹੁਤ ਸਾਰੇ ਮਾਰੇ ਗਏ, ਬਹੁਤ ਸਾਰੇ ਫੱਟੜ ਹੋ ਗਏ, ਕਰਾ ਰਹੇ। ਔਰ ਗੁਰੂ ਕੇ ਪਾਤਸ਼ਾਹ ਜੀ ਨੇ ਉੱਚੇ ਥਾਂ ਤੇ ਡੇਰਾ ਕਰ ਲਿਆ ਇੱਕ ਥਾਂ ਤੇ। ਔਰ ਸਿੰਘ ਜਿਹੜੇ ਸਨ ਉਹ ਵੀ ਸਤਿਗੁਰਾਂ ਦੇ ਕੋਲ ਆ ਕੇ ਫਤਿਹ ਗਜਾਉਂਦੇ ਹਨ, ਅਸੀਸਾਂ ਲੈਂਦੇ ਹਨ ਤੇ ਨਾਲ ਹੀ ਜੋ ਗੁਰੂ ਕੇ ਸਿੰਘ ਸ਼ਹੀਦ ਹੋਏ ਹੈ ਉਹਨਾਂ ਨੂੰ ਵੀ ਇਕੱਤਰ ਕੀਤਾ ਗਿਆ, ਉਹਨਾਂ ਦੀ ਸੰਭਾਲ ਕੀਤੀ ਗਈ ਔਰ ਜ਼ਖਮੀਆਂ ਨੂੰ ਵੀ ਸੰਭਾਲਿਆ ਗਿਆ। ਉਸ ਤੋਂ ਬਾਅਦ ਰਾਤ ਵਿੱਚ ਵੜ ਗਏ ਹੋਵਣ ਜੀ। ਰਾਸਤ ਪਏ ਪਹਾੜੀ ਦੀਰਗਾ ਦੂਰ ਜਾਏ ਥਲੇਰਾ। ਇਸ ਤਰ੍ਹਾਂ ਗੁਰੂ ਪਿਆਰਿਓ ਪਹਾੜੀਏ ਡਰ ਗਏ ਕਿ ਬਈ ਇਹ ਤਾਂ ਬੜੇ ਭਿਆਨਕ ਹੈ ਸਿੰਘ ਗੁਰੂ ਕੇ, ਔਰ ਵੜ ਵੜ ਕੇ ਲੋਥਾਂ ਦੇ ਢੇਰ ਲਾ ਦਿੱਤੇ ਹਨ। ਡਰਦੇ ਪਹਾੜੀਏ ਦੂਰ ਭੱਜ ਗਏ ਜੀ। ਪਰਮ ਦੁਖੀ ਹੋਏ ਸ਼ਰਾਮਤ ਲੜਦੇ ਕਾਲ ਦੀਨ ਤਬ ਡੇਰਾ। ਔਰ ਬੜੇ ਦੁਖੀ ਹੋਏ, ਪਰਮ ਦੁਖੀ, ਬਹੁਤ ਦੁਖੀ ਹੋ ਗਏ। ਅਖੀਰ ਇਹਨਾਂ ਨੇ ਦੂਰ ਜਾ ਕੇ ਸਾਹ ਲਿਆ, ਰੁਕਣਾ ਕੀਤਾ ਹੈ ਜੀ ਦੋਹਰਾ। ਉੱਚੇ ਤਲ ਪਰ ਸਤਿਗੁਰੂ ਡੇਰਾ ਦਿਓ ਲਗਾਏ। ਇਹ ਨਿਰਮੋਹ ਦੇ ਇਲਾਕੇ ਦਾ ਹਾਲ ਹੈ ਗੁਰੂ ਪਿਆਰਿਓ। ਉਹ ਜਗ੍ਹਾ ਨੂੰ ਨਿਰਮੋਹੀ ਇਲਾਕਾ ਕਹਿੰਦੇ ਹਨ ਤੇ ਇਸ ਥਾਂ ਦੇ ਉੱਤੇ ਸਤਿਗੁਰਾਂ ਦੇ ਉੱਚੇ ਥਾਂ ਤੇ ਆਸਣ ਲੱਗੇ ਹਨ। ਕਿਰਿਓ ਖਾਲਸਾ ਜਾਇ ਕਰ ਫਤਿਹ ਜੰਗ ਤੇ ਪਾਏ। ਔਰ ਗੁਰੂ ਕੀਆਂ ਫੌਜਾਂ ਜੰਗ ਜਿੱਤ ਕਰਕੇ
ਸਤਿਗੁਰਾਂ ਦੇ ਹਜ਼ੂਰੀ ਵਿੱਚ ਆ ਗਈਆਂ ਹਨ, ਨਮਸਕਾਰਾਂ ਕਰਦੇ ਹਨ। ਕਲ ਕੀ ਤਰ ਕੇ ਪਗ ਸਿਰ ਧਰ ਧਰ, ਪਰਮ ਪ੍ਰੇਮ ਤੇ ਦਰਸ਼ਨ ਕਰ ਕਰ। ਔਰ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਫਤਿਹ ਵਜਾਉਂਦੇ ਆ, ਨਮਸਕਾਰਾਂ ਕਰਦੇ ਆ ਬੜੇ ਪ੍ਰੇਮ ਦੇ ਨਾਲ। ਕਿਰਿਓ ਖਾਲਸਾ ਸ਼ਰਮ ਪਰ ਹਰਿਓ, ਕਿਨੂ ਇਸ਼ਨਾਨ ਸੁਚੇਤਾ ਕਰਿਓ। ਇਸ ਤਰ੍ਹਾਂ ਗੁਰੂ ਪਿਆਰਿਓ ਖਾਲਸਾ ਜਿਹੜਾ ਹੈ ਉਹ ਹੁਣ ਆਰਾਮ ਕਰਨ ਲੱਗੇ ਆ। ਕੋਈ ਬਾਹਰ ਅੰਦਰ ਜਾਂਦਾ ਹੈ, ਕਿਸੇ ਨੇ ਇਸ਼ਨਾਨ ਆਦਿ ਕੀਤਾ ਜੀ। ਕਾਇਦ ਸਾਲ ਪੱਤਰ ਕੋ ਪਾਏ, ਨਿਜ ਕਾਵਨ ਪਰ ਤਤ ਚਿਨ ਲਾਏ। ਔਰ ਜਿਹੜੀ ਗੁਰੂ ਘਰ ਦੇ ਵਿੱਚ ਮਲਮ ਹਮੇਸ਼ਾ ਤਿਆਰ ਰਹਿੰਦੀ ਸੀ ਸਾਲ ਪੱਤਰ ਦੀ, ਉਹ ਜ਼ਖਮੀਆਂ ਦੇ ਜ਼ਖਮਾਂ ਤੇ ਲਾਉਣੀ ਕੀਤੀ ਹੈ। ਮਿਟੇ ਪੀਰ ਮਿਲ ਮਾਸ ਗਿਓ ਹੈ, ਲੜਦੇ ਕੋ ਸਵਦਾਨ ਪਿਓ ਹੈ। ਔਰ ਗੁਰੂ ਕੀ ਕਿਰਪਾ ਸਦਕਾ ਤੇ ਸਾਲ ਪੱਤਰ ਦੀ ਮਲਮ ਦੇ ਨਾਲ ਕਹਿੰਦੇ ਫੌਜਾਂ ਦੇ ਜ਼ਖਮ ਬੜੀ ਜਲਦੀ ਰਾਜੀ ਹੋ ਜਾਂਦੇ ਆ, ਮਿਲ ਜਾਂਦੇ ਹਨ ਤੇ ਦੂਸਰੇ ਦਿਨ ਲਈ ਫਿਰ ਲੜਨ ਲਈ ਤਿਆਰ ਹਨ। ਜੋ ਮਰ ਗਏ ਸੋ ਦੀਨੇ ਦਾਗ, ਬਸੇ ਸਵਰਗ ਹੈ ਕੈ ਬੜ ਭਾਗ। ਉਹ ਜਿਹੜੀਆਂ ਗੁਰੂ ਕੀਆਂ ਫੌਜਾਂ ਸ਼ਹੀਦੀਆਂ ਪਾ ਗਈਆਂ ਹਨ, ਸਿੰਘਾਂ ਨੇ ਉਹਨਾਂ ਨੂੰ ਇਕੱਤਰ ਕੀਤਾ ਹੈ, ਸੰਸਕਾਰ ਕੀਤਾ ਹੈ ਜੀ। ਵਰਦੀ ਦੇਗ ਸਰਪ ਕੋ ਜਬੈ, ਖਾਨ ਪਾਨ ਕਰ ਤ੍ਰਿਪਤੇ ਤਬੈ। ਔਰ ਫਿਰ ਸ਼ਾਮਾਂ ਦਾ ਲੰਗਰ ਤਿਆਰ ਹੋ ਗਿਆ ਗੁਰੂ ਪਿਆਰਿਓ, ਤੇ ਸਾਰਿਆਂ ਨੇ ਲੰਗਰ ਛਕਣਾ ਕੀਤਾ ਜੀ। ਕੀਰਤਨ ਸਿੰਘ ਅਗਾਉ ਹੈ ਵਿਕੈ, ਜਾਗਤ ਰਹੇ ਸੁਚੇਤਾ ਕਹਿ ਕੈ। ਬਹੁਤ ਸਾਰੇ ਸਿੰਘਾਂ ਨੇ ਗੁਰੂ ਪਿਆਰਿਓ ਜਾਗਦੇ ਰਹਿਣਾ ਕੀਤਾ, ਸਾਵਧਾਨ ਰਹਿਣਾ ਕੀਤਾ, ਪਹਿਰਾ ਦਿੱਤਾ ਹੈ। ਨਮਸਕਾਰਨੀ ਤਿਆਗਤ ਰਹਿ, ਜਿਨ ਕੋ ਸੁਨ ਸੁਨ ਨਿਰਪ ਡਰ ਲੈ। ਔਰ ਗੁਰੂ ਪਿਆਰਿਓ ਨਮਸਕਾਰਨੀ ਤਿਆਗਤ ਭਾਵ ਬੰਦੂਕ, ਨਮਸਕਾਰਨੀ ਬੰਦੂਕ ਦਾ ਇੱਕ ਨਾਮ ਹੈ ਜਿਹੜੀ ਦੁਸ਼ਮਣ ਨੂੰ ਝੁਕਾ ਲੈਂਦੀ, ਇਸ ਕਰਕੇ ਇਹਦਾ ਨਾਮ ਹੈ ਨਮਸਕਾਰਨੀ। ਕਹਿੰਦੇ ਕਦੇ ਕਦੇ ਜਿਹੜੇ ਪਹਿਰੇਦਾਰ ਹਨ ਆਕਾਸ਼ੀ ਫੈਰ ਕਰ ਦਿੰਦੇ ਆ ਤਾਂ ਕਿ ਦੁਸ਼ਮਣ ਸੁਚੇਤ ਰਹੇ ਵੀ ਖਾਲਸਾ ਜਾਗਦਾ ਹੈ। ਉਤਰਾ ਜਨ ਬਹੁ ਸੰਕਟ ਪਾਏ, ਮਰੇ ਸਬੰਦੇ ਜਿਨ ਸੁਮਦਾਏ। ਦੂਜੇ ਪਾਸੇ ਭੀਮ ਚੰਦ ਵਰਗਿਆਂ ਦੇ ਹੱਥ ਵਿੱਚ ਭਾਗਾਂ ਵਿੱਚ ਪਛਤਾਉਣਾ ਹੀ ਲਿਖਿਆ ਹੈ। ਗੁਰੂ ਪਿਆਰਿਓ ਇਹਨਾਂ ਨੇ ਕੀਤੀ ਤਾਂ ਚਲਾਕੀ ਸੀ ਗੁਰੂ ਸਾਹਿਬ ਜੀ ਨਾਲ, ਪਰ ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਕਹਿੰਦੇ ਇਹਨਾਂ ਦੀ ਚਲਾਕੀ ਇਹਨਾਂ ਨੂੰ ਪੁੱਠੀ ਪੈ ਗਈ। ਅੱਜ ਫੇਰ ਆਪਣੇ ਬਹੁਤ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਫੌਜਾਂ ਨੂੰ ਮਰਵਾ ਕੇ ਪਛਤਾ ਰਹੇ ਹਨ। ਇਤਕ ਰੁਦਤ ਹੈ ਡੇਰੇ ਮਾਹੇ, ਭਰਾਤ ਪਤਰ ਕ੍ਰਿਤ ਮਰਬੇ ਜਾਏ। ਔਰ ਜਿਨ੍ਹਾਂ ਦੇ ਭਰਾ ਪੁੱਤਰ ਆਦਿ ਮਰ ਗਏ ਹਨ, ਉਹ ਡੇਰੇ ਭਾਵ ਤੰਬੂਆਂ ਵਿੱਚ ਬੈਠੇ ਰੋ ਰਹੇ ਹਨ। ਜਿਨ ਭੋਜਨ ਖਾਏ ਨ ਖਾਏ, ਅਦਕ ਸ਼ੋਕ ਜਿਨ ਵਿਖੇ ਸਮਾਏ। ਔਰ ਜਿਨ੍ਹਾਂ ਦੇ ਘਰ ਦੇ ਕੋਈ ਜੀ ਮਰ ਗਏ ਹਨ, ਉਹਨਾਂ ਨੂੰ ਰੋਟੀ ਕਿੱਥੇ ਚੰਗੀ ਲੱਗਦੀ ਆ, ਸ਼ੋਕ ਦੇ ਵਿੱਚ ਡੁੱਬੇ ਹਨ। ਪਰਜਾ ਕੀ ਸੈਨਾ ਜਿਤ ਕਿਤ ਰੋਵੈ, ਜਿਨ ਕੇ ਸਨ ਬੰਦੀ ਰਨ ਸੋਵੈ। ਔਰ ਕਿਆ ਕਹਿਲੋਰ ਦੇ ਨਗਰ ਨਿਵਾਸੀ ਕਿਆ ਸੈਨਾ ਰੋ ਰਹੀ ਹੈ, ਜਿਨ੍ਹਾਂ ਦੇ ਸੰਬੰਧੀ ਜੰਗ ਦੇ ਮੈਦਾਨ ਵਿੱਚ ਮਰੇ ਪਏ ਹਨ। ਨਿਸਾ ਭਿਆਨਕ ਤਿਨ ਕੋ ਹੋਏ, ਤਰਫੇ ਰਨ ਤਲ ਘਾਇਲ ਕੋਏ। ਇਸ ਤਰ੍ਹਾਂ ਬੜੀ ਭਿਆਨਕ ਅੱਜ ਦੀ ਰਾਤ ਪਹਾੜੀਆਂ ਵਾਸਤੇ, ਹਿੰਦੂ ਰਾਜਿਆਂ ਵਾਸਤੇ ਰਹੀ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਲ ਧੋਖਾ ਕੀਤਾ। ਪਹਿਲਾਂ ਕਸਮਾਂ ਪਾਈਆਂ ਬਈ ਤੁਸੀਂ ਕਿਲਾ ਛੱਡ ਦਿਓ, ਜਿੱਥੇ ਮਰਜ਼ੀ ਚਲੇ ਜਾਓ, ਤੇ ਮਗਰੋਂ ਇਹਨਾਂ ਨੇ ਹਮਲਾ ਕੀਤਾ। ਪਰ ਮੂੰਹ ਦੀ ਖਾਣੀ ਪਈ ਗੁਰੂ ਪਿਆਰਿਓ ਇਹਨਾਂ ਨੂੰ। ਔਰ ਇਹ ਲੋਕ ਜਿਹੜੇ ਹਨ ਅੱਜ ਦੀ ਰਾਤ ਨੂੰ ਯਾਦ ਰੱਖਣਗੇ। ਔਰ ਬਹੁਤ ਸਾਰੇ ਇਹਨਾਂ ਦੇ ਸਿਪਾਹੀ ਘਾਇਲ ਹੋਏ, ਜ਼ਖਮੀ ਹੋਏ, ਤੜਫ ਰਹੇ ਹਨ। ਨਹਿ ਉਠਾਵਨੇ ਪਾਏ ਸੋਏ, ਨਰਕ ਪਿਓ ਤਮ ਮਿਟੇਂਗੇ ਦੋਏ। ਔਰ ਗੁਰੂ ਪਿਆਰਿਓ ਇਹਨਾਂ ਪਹਾੜੀਆਂ ਨੂੰ ਤਾਂ ਆਪਣੇ ਜ਼ਖਮੀ ਚੱਕਣ ਦਾ ਟਾਈਮ ਵੀ ਨਹੀਂ ਮਿਲਿਆਗਾ, ਕਿਉਂਕਿ ਆਪਣੀਆਂ ਜਾਨਾਂ ਬਚਾਉਣ ਵਾਸਤੇ ਇਹ ਡਰਦੇ ਭੱਜ ਗਏ। ਪਹਾੜੀਏ ਹਨੇਰਾ ਹੋਣ ਤੱਕ ਲੜਦੇ ਰਹੇ, ਫਿਰ ਦੋਨੇ ਫੌਜਾਂ ਹਟ ਗਈਆਂ ਜੀ। ਪਰੇ ਤੇ ਸੂਰਤ ਹੈ ਪਿਛ ਡੇਰੇ, ਖਾਨ ਪਾਨ ਕੇ ਜਾਹੇ ਨਾ ਨੇਰੇ। ਔਰ ਗੁਰੂ ਪਿਆਰਿਓ ਜਿਹੜੇ ਡੇਰਿਆਂ ਵਿੱਚ ਪਏ ਹਨ, ਤੰਬੂਆਂ ਵਿੱਚ ਪਏ ਹਨ, ਉਹਨਾਂ ਨੂੰ ਕਿੱਥੇ ਭੋਜਨ ਚੰਗਾ ਲੱਗਦਾ ਹੈ, ਮੁਰਝਾਏ ਪਏ ਹਨ। ਕੀਰਤਕ ਕਰੇ ਪ੍ਰਭੂ ਤਨ ਕਾਹੂ, ਜਹੀ ਰੀਤ ਹੋਵੇ ਰਨ ਮਾਹੂ। ਔਰ ਕਈ ਉਹਨਾਂ ਨੂੰ ਧੀਰਜ ਦਿੰਦੇ ਆ, ਰੋਣ ਵਾਲਿਆਂ ਨੂੰ, ਕਹਿੰਦੇ ਜੰਗ ਦੇ ਮੈਦਾਨ 'ਚ ਇਹੀ ਕੁਝ ਹੁੰਦਾ ਹੈ, ਜਾਂ ਮਾਰ ਲਓ ਜਾਂ ਮਰ ਜਾਓ।
ਛੱਡੋ ਇਸ ਗੱਲ ਦਾ ਖਿਆਲ। भीम चंद को गार निकार है एक राजन जरा उकार है। ਔਰ ਫਿਰ ਸੰਸਾਰ ਦੇ ਲੋਕ ਹੈ ਜਿਹੜੇ ਭੀਮ ਚੰਦ ਜਿਹੜਾ ਮੁਖੀ ਰਾਜਾ ਹੈ, ਗਾਲਾਂ ਤਾਂ ਉਸੇ ਨੂੰ ਮਿਲਣੀਆਂ ਨਾ। ਇਸ ਕਰਕੇ ਜਦੋਂ ਸੰਸਾਰ ਦੇ ਵਿੱਚ ਐਸਾ ਨੁਕਸਾਨ ਹੁੰਦਾ ਹੈ ਤੇ ਫਿਰ ਮੁਖੀ ਰਾਜੇ ਨੂੰ ਸਾਰੇ ਹੀ ਬੁਰਾ ਭਲਾ ਬੋਲਦੇ ਆ, ਫਟਕਾਰਾਂ ਪਾਉਂਦੇ ਆ, ਲਾਹਨਤਾਂ ਪਾਉਂਦੇ ਆ। ਜਿਵੇਂ ਮੁਗਲਾਂ ਦੇ ਰਾਜ ਵੇਲੇ ਔਰੰਗਜ਼ੇਬ ਨੂੰ ਮੁਸਲਮਾਨ ਵੀ ਲਾਹਨਤਾਂ ਪਾਉਂਦੇ ਸੀ। ਕੋ ਸਤਿਨਾਮ। ਜਿਵੇਂ ਅੱਜ ਦੇ ਮੌਕੇ ਤੇ ਗੁਰੂ ਪਿਆਰੂ ਸਰਕਾਰ ਨੂੰ ਸਾਰਾ ਦੇਸ਼ ਹੀ ਲਾਹਨਤਾਂ ਪਾ ਰਿਹਾ ਉਹਨਾਂ ਦੀ ਗਲਤ ਸੋਚ ਕਰਕੇ, ਇਸੇ ਤਰ੍ਹਾਂ ਹੀ ਸਾਰੇ ਪਹਾੜੀਏ ਲੋਕ ਜਿਹੜੇ ਬਚੇ ਖੁਚੇ ਨੇ ਉਹ ਭੀਮ ਚੰਦ ਰਾਜੇ ਨੂੰ ਲਾਹਨਤਾਂ ਪਾਉਂਦੇ ਹਨ। ਗੁਰਸਨ ਰਚ ਵਿਰੋਧ ਮਰਵਾਏ ਅਚਰਨ ਕੋ ਨਰ ਰਹਿਣ ਨਾ ਪਾਏ। ਔਰ ਕੀ ਕਹਿੰਦੇ ਆ ਲੋਕ, ਇਹ ਮੂਰਖ ਭੀਮ ਚੰਦ ਨੇ ਗੁਰੂ ਦੇ ਨਾਲ ਲੜਾਈ ਵਿੱਢ ਕੇ ਐਵੇਂ ਹੀ ਲੋਕਾਂ ਨੂੰ ਮਰਵਾ ਦਿੱਤਾ ਹੈ। ਅਚਲ ਕੋ ਨਰ ਰਹਿ ਨ ਪਾਏ। ਕਹਿਣ ਲੱਗੇ ਇਸ ਤਰ੍ਹਾਂ ਪਹਾੜੀਆਂ ਦਾ ਕੋਈ ਵੀ ਆਦਮੀ ਨਹੀਂ ਬਚੇਗਾ। ਅਚਲ ਕਹਿੰਦੇ ਆ ਪਹਾੜਾਂ ਨੂੰ, ਕਹਿੰਦੇ ਪਹਾੜੀ ਲੋਕਾਂ ਨੂੰ ਇਹ ਮਰਵਾ ਕੇ ਹਟੇਗਾ। ਲੱਗਦਾ ਸਾਰਿਆਂ ਨੂੰ ਇਹ ਭੀਮ ਚੰਦ ਸਰਬ ਲਰਾਇਆ ਪਰੈ ਬਾਚੇ ਵਿਦਵ ਗਿਰਿਆ ਤ੍ਰੇਣ ਕੋ ਬਾਚੇ। ਐਵੇਂ ਥਾਂ ਥਾਂ ਤੇ ਲੜਾਉਂਦਾ ਫਿਰਦਾ ਹੈ ਲੋਕਾਂ ਨੂੰ। ਪਹਾੜੀ ਲੋਕ ਇਸਤਰੀਆਂ ਜਿਹੜੀਆਂ ਵਿਧਵਾਵਾਂ ਹੋ ਗਈਆਂ ਹਨ ਉਹ ਵੀ ਇਹਨੂੰ ਫਟਕਾਰਾਂ ਪਾਉਂਦੀਆਂ। ਇਹ ਲੱਗਦਾ ਸਾਰੇ ਪਹਾੜੀ ਇਲਾਕੇ ਨੂੰ ਵਿਧਵਾ ਕਰਕੇ ਹਟੇਗਾ। ਆਪ ਜਾ ਮਨੁੱਖ ਮਰ ਗਏ ਤੇ ਫਿਰ ਇਸਤਰੀਆਂ ਬਚਦੀਆਂ, ਉਹਨਾਂ ਨੂੰ ਵਿਧਵਾ ਕਹਿੰਦੇ ਹਨ। ਗੁਰ ਕੇ ਕੰਮ ਤੇ ਹੋਏ ਨਾ ਕੋਏ ਜਾਂ ਦਿਸ ਤੇ ਗਨ ਸਿੱਖ ਹੋਏ ਸੋਏ। ਔਰ ਗੁਰੂ ਦੇ ਕੋਲੇ ਤਾਂ ਫੌਜਾਂ ਨਹੀਂ ਮੁੱਕਦੀਆਂ। ਚਾਰ ਛਪੇਰਿਓਂ ਦਸ਼ਾਂ ਦਿਸ਼ਾਵਾਂ ਤੋਂ ਨਵੇਂ ਨੌਜਵਾਨ ਪਹੁੰਚ ਜਾਂਦੇ ਹਨ। ਜੈਲੇ ਪੌਲ ਜੰਗ ਮਚਾਵੇ ਨੈ ਦਰਬਾਹਾ ਗੁਰ ਤੇ ਪਾਵੇ। ਔਰ ਗੁਰੂ ਕੀਆਂ ਫੌਜਾਂ ਬਿਨਾਂ ਤਨਖਾਹ ਵਾਲੀਆਂ ਔਰ ਸਾਡੀਆਂ ਫੌਜਾਂ ਜਿਹੜੀਆਂ ਹਨ ਉਹ ਫੌਜ ਤਨਖਾਹਾਂ ਲੈ ਲੈ ਕੇ ਲੜਨ ਵਾਲੀਆਂ। ਤੇ ਫਿਰ ਦੋਨਾਂ ਦਾ ਕਿੱਥੇ ਮੁਕਾਬਲਾ ਹੋ ਸਕਦਾ ਹੈ? ਇੱਕ ਪਿਆਰ ਦੇ ਨਾਲ ਗੁਰੂ ਦੇ ਪਿਆਰ ਦੇ ਵਿੱਚ ਮਰਨ ਨੂੰ ਤਿਆਰ ਹੈ ਤੇ ਦੂਜਾ ਆਪਣੀ ਜਾਨ ਵੀ ਬਚਾਉਣਾ ਚਾਹੁੰਦਾ ਹੈ ਤੇ ਰਾਜੇ ਦੀ ਖੁਸ਼ੀ ਵੀ ਲੈਣਾ ਚਾਹੁੰਦਾ ਹੈ। ਦੋਨੇ ਗੱਲਾਂ ਨਹੀਂ ਮਿਲ ਸਕਦੀਆਂ। ਇਸ ਕਰਕੇ ਲੋਕ ਫਟਕਾਰਾਂ ਪਾਉਂਦੇ ਆ ਰਾਜਿਆਂ ਨੂੰ, ਭੀਮ ਚੰਦ ਵਰਗਿਆਂ ਨੂੰ। ਕਹਿੰਦੇ ਇਹ ਲੋਕ ਮਰਵਾ ਕੇ ਹਟਣਗੇ ਸਾਰੀ ਦੁਨੀਆ ਨੂੰ। ਲੱਗਦਾ ਸਾਰੀਆਂ ਬੁੜੀਆਂ ਨੂੰ ਇਹਨਾਂ ਨੇ ਵਿਧਵਾ ਹੀ ਕਰਨਾ ਹੈ ਲੱਗਦਾ। ਇਸ ਕਰਕੇ ਇਹ ਲੋਕ ਸਾਰਿਆਂ ਨੂੰ ਮਰਵਾ ਦੇਣਗੇ। ਗੁਰੂ ਕੋਲੇ ਤਾਂ ਫੌਜਾਂ ਮੁੱਕਦੀਆਂ ਨਹੀਂ ਔਰ ਫੌਜਾਂ ਵੀ ਬਿਨਾਂ ਤਨਖਾਹ ਵਾਲੀਆਂ। ਨਵੇਂ ਨੌਜਵਾਨ, ਨਵੇਂ ਸਿੰਘ, ਨਵੇਂ ਗੁਰੂ ਕੇ ਸਿੱਖ ਹੋਰ ਆ ਜਾਂਦੇ ਹਨ। ਕਹਾ ਰੀਸ ਪ੍ਰਭੂ ਕੀ ਕਰੈ ਨਾਹਕ ਕਰ ਵਿਰੋਧ ਦਰ ਪਰੈ। ਔਰ ਇਹ ਭੀਮ ਚੰਦ ਮੂਰਖ, ਇਹ ਮੂਰਖ ਮੰਤਰੀ, ਇਹ ਮੂਰਖ ਰਾਜਾ ਕਿਆ ਗੁਰੂ ਸਾਹਿਬ ਦੀ ਬਰਾਬਰੀ ਕਰ ਸਕਦਾ ਹੈ? ਐਵੇਂ ਬਿਨਾਂ ਗੱਲ ਤੋਂ ਗੁਰੂ ਘਰ ਦੇ ਨਾਲ ਆਡਾ ਵਿੱਢ ਕੇ ਬੈਠਾ ਹੈ। ਅਰਜਾ ਸੈਨ ਕੋ ਕੀਸ ਬਿਨਾਸਾ ਉਪਜੋ ਬੰਸ ਬੰਸ ਮੇ ਬਾਸਾ। ਔਰ ਇਹ ਤਾਂ ਲੱਗਦਾ ਹੈ ਪਹਾੜੀਆਂ ਦੀ ਬੰਸ ਵਿੱਚ ਬਾਂਸ ਉੱਗ ਰਿਹਾ ਹੈ। ਤੇ ਬਾਂਸ ਦਾ ਕੀ ਸੁਭਾਅ ਹੁੰਦਾ ਪਤਾ? ਜਦੋਂ ਬਾਂਸਾਂ ਦੇ ਜੰਗਲ ਵਿੱਚ ਝੱਖੜ ਹਨੇਰੀ ਚੱਲਦੀ ਹੈ ਨਾ ਫਟਾਫਟ ਤੇਜ਼ੀ ਨਾਲ, ਤੇ ਬਾਂਸ ਇੱਕ ਦੂਜੇ ਦੇ ਨਾਲ ਘਸਰ ਕਰਕੇ ਅੱਗ ਪੈਦਾ ਕਰ ਲੈਂਦਾ ਤੇ ਜਦੋਂ ਅੱਗ ਪੈਦਾ ਹੋ ਜਾਂਦੀ ਹੈ ਫਿਰ ਸਾਰਾ ਜੰਗਲ ਹੀ ਸੜ ਕੇ ਸਵਾਹ ਹੋ ਜਾਂਦਾ। ਕੋ ਸਤਿਨਾਮ। ਇਸ ਕਰਕੇ ਹੁਣ ਪਹਾੜੀਏ ਕਹਿੰਦੇ ਆ ਕਿੱਥੋਂ ਸਾਡੇ ਪਹਾੜੀਆਂ ਵਿੱਚ ਬਾਂਸ ਉੱਗ ਰਿਹਾ ਹੈ। ਲੱਗਦਾ ਸਾਰੇ ਪਹਾੜੀਆਂ ਦੀ ਬੰਸ ਨੂੰ ਮਚਾ ਕੇ ਹਟੇਗਾ। ਇਮ ਰੋਵਤ ਅਰ ਕਰਤ ਬਿਰਲਾਪਾ ਜਾਗਤ ਰਹੇ ਧਰੇ ਡਰ ਆਪਾ। ਔਰ ਇਸ ਤਰ੍ਹਾਂ ਪਹਾੜੀਏ ਬਚੇ ਹੋਏ ਹਨ ਜਿਹੜੇ, ਜਾਂ ਇਸਤਰੀਆਂ ਜਿਹੜੀਆਂ ਬਚੀਆਂ ਹਨ ਉਹ ਰੋ ਰਹੀਆਂ, ਬਿਰਲਾਪ ਕਰ ਰਹੀਆਂ, ਜਾਗਦੇ ਵੀ ਹਨ, ਨੀਂਦ ਵੀ ਨਹੀਂ ਆਉਂਦੀ ਕਿਉਂਕਿ ਇਹ ਨਹੀਂ ਪਤਾ ਖਾਲਸਾ ਦੁਆਰੇ ਕਦੋਂ ਹਮਲਾ ਕਰ ਦੇਵੇ, ਔਰ ਰੋ ਰਹੇ ਹਨ। ਕੋਕੋ ਖਾਨ ਪਾਨ ਕਰ ਸੋਵਾ ਪਰ ਸਕਲੋਂ ਸੰਕਟ ਜੋਵਾ। ਕਿਸੇ ਬਿਰਲੇ ਨੇ ਭਾਵੇਂ ਕੁਝ ਖਾ ਪੀ ਲਿਆ ਹੋਵੇ, ਨਹੀਂ ਤਾਂ ਸਾਰੇ ਬੜੇ ਦੁਖੀ ਹਨ ਤੇ ਇਹਨਾਂ ਰਾਜਿਆਂ ਨੂੰ, ਇਹਨਾਂ ਮੰਤਰੀਆਂ ਨੂੰ ਲਾਹਨਤਾਂ ਪਾ ਰਹੇ ਹਨ ਜਿਹੜੇ ਜਨਤਾ ਦੇ ਨਾਲ ਇਸ ਤਰ੍ਹਾਂ ਕਰਦੇ ਹਨ ਅੱਜ ਤੱਕ। ਰਜਨੀ ਕਰ ਬਤੀਤ ਦੁਖਾਰੇ ਬੈਠੇ ਜਾਗਤ ਭਈ ਸਕਾਰੇ। ਸਾਰੀ ਰਾਤ ਵੱਡੀ ਹੋ ਗਈ ਹੈ, ਰਾਤ ਵੀ ਬੀਤਣ ਤੇ ਨਹੀਂ ਆਉਂਦੀ। ਮਸਾ ਮਸਾ ਇਹਨਾਂ ਨੇ ਦੁੱਖਾਂ ਦੇ ਨਾਲ ਰਾਤ ਨੂੰ ਖਤਮ ਕੀਤਾ। ਦਿਨ ਚੜ੍ਹਨ ਵਾਲਾ ਹੋਇਆ ਹੈ ਜੀ। ਸੋਚ ਸਨਾਨ ਖਾਲਸੇ ਠਾਨੀ ਉੱਚੀ ਤੁਰ ਤੇ ਪਟ ਗੁਰਬਾਣੀ। ਔਰ ਖਾਲਸਾ ਆਪਣੇ ਨਿਤਨੇਮ ਨੂੰ ਸੰਭਾਲਦਾ ਹੋਇਆ ਅੰਮ੍ਰਿਤ ਵੇਲੇ ਉੱਠਿਆ
ਸਭ ਨੇ ਨੇੜੇ ਜਲ ਲੈ ਕਰਕੇ ਇਸ਼ਨਾਨ ਕੀਤਾ ਹੈ ਔਰ ਇਸ਼ਨਾਨ ਕਰਕੇ ਆਪੋ ਆਪਣੇ ਜਾਪ ਬਾਣੀ ਗੁਰਬਾਣੀ ਨਿਤਨੇਮ ਆਦਿ ਕਰਨ ਲੱਗੇ ਜੀ। जथा विपिन में मन समुदाया वेद भोग को पठ तो उठाया। ਔਰ ਜਿਸ ਤਰ੍ਹਾਂ ਜੰਗਲਾਂ ਦੇ ਵਿੱਚ ਗੁਰੂ ਪਿਆਰਿਓ ਰਿਸ਼ੀਆਂ ਮੁਨੀਆਂ ਨੇ ਬੈਠ ਕੇ ਆਪਣਾ ਜਾਪ ਕਰਨਾ, ਇਸੇ ਤਰ੍ਹਾਂ ਗੁਰੂ ਕੀਆਂ ਫੌਜਾਂ ਜਿਵੇਂ ਬ੍ਰਾਹਮਣਾਂ ਵਿੱਚ ਮੁਨੀ ਪਰੰਪਰਾ ਹੈ ਕਿ ਇਹ ਪਾਠ ਪੜ੍ਹ ਕੇ ਧੁਨੀ ਉਠਾਉਂਦੇ ਹਨ। ਖਾਲਸਾ ਵੀ ਉੱਚੀ ਉੱਚੀ ਵਾਹਿਗੁਰੂ ਮੰਤਰ ਦਾ ਗੁਰਮੰਤਰ ਦਾ ਜਾਪ ਕਰਦਾ, ਕੋਈ ਨਿਤਨੇਮ ਕਰਦਾ, ਕੋਈ ਜਪਜੀ ਸਾਹਿਬ ਪੜ੍ਹਦਾ ਹੈ ਤੇ ਦੂਜੇ ਪਾਸੇ आशा वार रबाबी गावे मातुर मृदंग रबाब बजावे। ਉਹ ਜੋ ਗੁਰੂ ਕਾ ਜਥਾ ਸੀ ਉਹਨਾਂ ਨੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਹੈ ਜੀ। राग रागनी सुंदर नाना सुर नर बिखम उच्च लग जाना। ਇਸ ਤਰ੍ਹਾਂ ਰਾਗਾਂ ਦੇ ਵਿੱਚ ਰਾਗਣੀਆਂ ਵਿੱਚ ਜੋ ਵੀ ਰਾਗ ਰਾਗਣੀ ਸ਼ਬਦਾਂ ਦੇ ਬਣਦੇ ਹਨ ਉਹਨਾਂ ਦੇ ਵਿੱਚ ਕੀਰਤਨ ਹੋਇਆ ਹੈ ਜੀ। परमेश्वर की सिफत विशाला सुखद लोक द्वै सुने रसाला। ਤਾਂ ਇਸ ਆਸਾ ਦੀ ਵਾਰ ਦੇ ਵਿੱਚ ਪਰਮੇਸ਼ਰ ਦੀ ਸਿਫਤ ਹੈ, ਸੰਸਾਰ ਨੂੰ ਗਿਆਨ ਦਿੱਤਾ ਹੋਇਆ ਔਰ ਸਾਰੇ ਲੋਕ ਬੜੇ ਪਿਆਰ ਦੇ ਨਾਲ ਰਸਮਈ ਢੰਗ ਦੇ ਨਾਲ ਬਾਣੀ ਗਾਈ ਜਾ ਰਹੀ ਹੈ ਤੇ ਸੁਣਨ ਵਾਲੇ ਰਸ पी रहे हन। सतगुरु ठानी सोच सनाना बैठे के आसन कर ध्याना। धन गुरु गोबिंद सिंह जी महाराज भी इशनान आदि करके अपने ध्यान दे नाल जुड़ गए, निज स्वरूप नाल जुड़ गए जी। भई प्रभात खालसाए बैठ दीवान महान लगाए। दिन चढ़ गया है, मुंह सोजला दिन चढ़ना शुरू होया है ते दीवान सज गया है और खालसा फौजा ਜਿਹੜੀਆਂ ਹਨ ਆਪਣੇ ਨਿਤਨੇਮ ਤੋਂ ਵੇਲੀਆਂ ਹੋ ਕੇ ਦੀਵਾਨ ਵਿੱਚ ਆ ਸਜੇ ਜੀ। देते टिकाए रंग कराते श्री गुरु चरण प्रेम में समाते। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਨਿਜ ਸਰੂਪ ਨਾਲ ਜੁੜੇ ਹੋਏ ਹਨ ਔਰ ਇਹ ਹੁਕਮ ਆਪਾਂ ਨੂੰ ਸਾਰਿਆਂ ਹੀ ਸਿੱਖਾਂ ਨੂੰ ਸਤਿਗੁਰਾਂ ਨੇ ਦੇਣਾ ਕੀਤਾ ਹੈ। ਜਿਵੇਂ ਚੌਥੇ ਪਾਤਸ਼ਾਹ ਜੀ ਨੇ ਤਾਂ ਗੁਰਬਾਣੀ ਵਿੱਚ ਇਹ ਸ਼ਬਦ ਵੀ ਉਚਾਰ ਦਿੱਤਾ ਤਾਂ ਕਿ ਸਿੱਖ ਨੂੰ ਹਮੇਸ਼ਾ ਯਾਦ ਰੱਖੇ। गुर सतगुर का जो सिख अखाए सो भलके उठ हर नाम ध्यावे। उदम करे भलके परभाती इशनान करे अमृतसर नहाए। फिर चढ़े दिवस गुरबाणी गाए ते फिर बहदियां उठदियां हर नाम ध्या। ऐसा सिख मैनू चंगा लगता है। तो गुरुआं ने आप ही यह कारज किया ते सिखां नू भी करवाया ते सतगुरु पातशाह जी ध्यान दे विच सजे हन। दिवस चढ़ियो गुरु नैन उगारे शास्त्र सो वस्त्र विभूषण तारे। और गुरु कीया फौजा सतगुरां दे आसे पासे बैठियां जब दिन चढ़िया सतगुरां ने नेत्र खोले और फिर अपने संपूर्ण वस्त्र पहन करके शस्त्र पहन करके तैयार हो गए जी। हरिग से पर सिंगन तन लाए गहे तुपक कट कसी सुहाए। और ਸਿੰਘਾਂ ने भी अपने शस्त्र शरीर ते धारण कीते हन। किसी ने मोढे बंदूक पा ली है, किसी ने गात्रे तलवार वड्डी और ढाल पाई है, किसी ने गुरु प्यारियो तीर कमान उठाए हन। प्रभु जी आए सो देहो चढ़न की दुष्टन को कर मार कढन के। और गुरु कीया फौजा कहनिया मल आज्ञा दियो इन्हां भीमचंद वर्गियां नूं थोड़ा होर सबक सिखा के आईए। इन्हां ने सौहा पा के सौहा तो भजना कीता है। पातशाह ने तो कहा सी ਸਿੰਘਾਂ ਨੂੰ ਕਹਿੰਦੇ ਇਹਨਾਂ ਦੀਆਂ ਸੌਹਾਂ ਦਾ ਇਤਬਾਰ ਨਾ ਕਰੋ। ਇਹ ਤਾਂ ਜੇ ਕਿਤੇ ਅਸੀਂ ਕੂਣੀ ਤੱਕ ਬਾਹ ਤੇ ਸਰੋਂ ਦਾ ਤੇਲ ਲਾ ਕੇ ਤਿਲਾਂ 'ਚ ਡਬੋ ਦਈਏ ਤੇ ਤਿਲਾਂ ਦੀ ਬੋਰੀ 'ਚੋਂ ਜਿੰਨੇ ਤਿਲ ਬਾਹ ਤੇ ਲੱਗ ਜਾਣ ਉਹ ਗਿਣ ਲਿਓ। ਇੰਨੀਆਂ ਕਸਮਾਂ ਪਾਉਣ ਤਾਂ ਵੀ ਇਹਨਾਂ ਦੀਆਂ ਕਸਮਾਂ ਦਾ ਕੋਈ ਭਰੋਸਾ ਨਹੀਂ। ਇਹਨਾਂ ਨੇ ਤਾਂ ਗਾਂ ਦੀ ਕਸਮ ਪਾਈ ਸੀ, ਸਾਨੂੰ ਗਊ ਮਾਤਾ ਦੀ ਕਸਮ ਹੈ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਬਸ ਅਸੀਂ ਔਰੰਗੇ ਨੂੰ ਮੂੰਹ ਦਿਖਾਉਣ ਜੋਗੇ ਹੋ ਜਾਈਏ। ਤੁਸੀਂ ਕਿਲਾ ਛੱਡ ਕੇ ਚਲੇ ਜਾਓ, ਜਿੱਥੇ ਮਰਜੀ ਚਲੇ ਜਾਓ, ਫੇਰ ਆ ਜਿਓ। ਪਰ ਪਾਤਸ਼ਾਹ ਜੀ ਨੂੰ ਤਾਂ ਕਿਲੇ ਤੋਂ ਇੱਕ ਕੋਹ ਵੀ ਦੂਰ ਨਹੀਂ ਜਾਣ ਦਿੱਤਾ। ਇਹਨਾਂ ਨੇ ਮਗਰੋਂ ਹਮਲਾ ਕਰ ਦਿੱਤਾ। ਇਸ ਕਰਕੇ ਸਿੰਘਾਂ ਨੂੰ ਗੁੱਸਾ ਹੈ। ਕਹਿੰਦੇ ਮਹਾਰਾਜ ਆਗਿਆ ਦਿਓ ਅਸੀਂ ਇਹਨਾਂ ਭੀਮਚੰਦ ਵਰਗਿਆਂ ਦੇ ਨਗਰਾਂ ਵੀ ਜਾ ਕੇ ਜਿੱਥੇ ਦੀ ਰਾਜਧਾਨੀ ਹੈ ਉੱਥੇ ਹਮਲਾ ਕਰਕੇ ਇਹਨਾਂ ਨੂੰ ਸਬਕ ਸਿਖਾ ਕੇ ਆਉਣਾ ਚਾਹੁੰਦੇ ਹਾਂ। ਮਾਰੇ ਕਾਲ ਬੇਹੋਸ਼ੀ ਧਰੇ ਲੈਬੋ ਪਰੇ ਕਨੇਰਨ ਮਰੇ। ਔਰ ਕੱਲ ਵੀ ਬਹੁਤ ਮਰੇ ਹਨ, ਬਹੁਤ ਬੇਹੋਸ਼ ਹੋਏ ਪਏ ਹਨ ਲੋਥਾਂ ਦੇ ਵਿੱਚ।
ਜੰਗ ਦੇ ਮੈਦਾਨ ਵਿੱਚ ਬਹੁਤ ਮਰੇ ਪਏ ਹਨ ਪਹਾੜੀਏ। आज न बेरेंगे पल पाते भाजे फूटत सिर अर छाते। ਔਰ ਜਿਹੜੇ ਕੱਲ ਡਰਦੇ ਸਾਥੋਂ ਭੱਜ ਗਏ ਸੀ, ਅਸੀਂ ਅੱਜ ਇੱਕ ਪਾਸਾ ਕਰਕੇ ਹੀ ਆਵਾਂਗੇ। ਮਹਾਰਾਜ ਸਾਨੂੰ ਆਗਿਆ ਦਿਓ, ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਈਏ। बड़े कमसान खाल से काला दुर्जन को दिन बीत्यो दुखाला। ਔਰ ਮਹਾਰਾਜ ਜੀ ਕੱਲ ਦਾ ਦਿਨ ਜਿਹੜਾ ਹੈ ਦੁਸ਼ਮਣਾਂ ਵਾਸਤੇ ਬੜਾ ਭਿਆਨਕ ਸੀਗਾ। ਉਹਨਾਂ ਨੇ ਤਾਂ ਸੋਚਿਆ ਸੀ ਕਿ ਥੋੜੇ ਜਿਹੇ ਸਿੰਘ ਹੋਣਗੇ ਗੁਰੂ ਦੇ ਨਾਲ, ਔਰ ਅਸੀਂ ਲੱਖਾਂ ਦੀ ਗਿਣਤੀ 'ਚ ਹਾਂ। ਪਰ ਖਾਲਸਾ ਜਦੋਂ ਲੜਦਾ ਨਾ, ਉਹ ਗਿਣਤੀ ਨਹੀਂ ਵੇਖਦਾ। ਜਿਵੇਂ ਜ਼ਿਮੀਂਦਾਰ ਕਣਕ ਦੇ ਪੌਦੇ ਨਹੀਂ ਗਿਣਦਾ ਕਿੰਨੇ ਐ, ਬਸ ਵੱਢ ਵੱਢ ਕੇ ਸਥਰੀਆਂ ਪਾਈ ਜਾਂਦਾ, ਏਦਾਂ ਹੀ ਖਾਲਸਾ ਵੀ ਫਿਰ ਚੱਲ ਪੈਂਦਾ। ਫਿਰ ਇਹ ਨਹੀਂ ਵੇਖਦਾ ਮੂਹਰੇ ਕਿੰਨੇ ਐ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜੰਗ ਜਿਨ੍ਹਾਂ ਨੇ ਦੇਖਿਆ, ਉਸ ਵੇਲੇ ਉਹ ਅਸ਼ ਕਰ ਉੱਠੇ, ਔਰ ਦੁਸ਼ਮਣ ਵੀ ਉਸ ਵੇਲੇ ਕਹਿਣਾ ਸੀਗਾ ਵੀ ਇਹ ਲੜਦਾ ਕਿਹੜੇ ਢੰਗ ਦੇ ਨਾਲ ਹੈ, ਸਮਝ ਨਹੀਂ ਆ ਰਹੀ। ਵੱਢੀ ਤੁਰਿਆ ਜਾਂਦਾ, ਲੋਕਾਂ ਨੂੰ ਸਥਰੀਆਂ ਪਾਉਂਦਾ ਤੁਰਿਆ ਜਾ ਰਿਹਾ। ਇਸੇ ਤਰ੍ਹਾਂ ਸਾਰੇ ਸਿੰਘਾਂ ਨੂੰ ਪਾਤਸ਼ਾਹ ਨੇ ਵਰ ਦਿੱਤਾ ਹੋਇਆ, 1.25 ਲੱਖ ਸੇ ਏਕ ਲੜਾਊ ਤਵੈ ਗੋਬਿੰਦ ਸਿੰਘ ਨਾਮ ਕਹਾਊ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ, ਉਹ ਸਿੰਘ ਕਹਿਣ ਲੱਗੇ ਮਹਾਰਾਜ ਆਗਿਆ ਦਿਓ, ਅਸੀਂ ਥੋੜਾ ਹੋਰ ਕੰਮ ਕਰਕੇ ਆਈਏ। ਭੀਮ ਚੰਦ ਵਰਗੇ ਜਿਹੜੇ ਭੱਜ ਗਏ, ਉਹਨਾਂ ਨੂੰ ਨਵੇੜੇ ਆਈਏ ਜੀ। ਸੁਣ ਸਤਿਗੁਰ ਤਬ ਧੀਰਜ ਦੀਨਾ ਸੰਗਰ ਮਾ ਪ੍ਰਥਮ ਜੋ ਕੀਨਾ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਿਹੜਾ ਕੱਲ ਜੰਗ ਕਰ ਲਿਆ ਬਹੁਤ ਹੈ, ਹੁਣ ਆਪਾਂ ਭੱਜਦਿਆਂ ਦੇ ਮਗਰ ਨਹੀਂ ਜਾਣਾ ਜੀ। ਸ਼ਰਾਮਤ ਹੋਏ ਪਟ ਸਕਲ ਤੁਰੰਗ ਅੱਜ ਅਸੂਦੇ ਬਨ ਕੇ ਅੰਗ। ਕਹਿਣ ਲੱਗੇ ਜਿਹੜੇ ਆਪਣੇ ਸੂਰਬੀਰ ਯੋਧੇ ਤੇ ਘੋੜੇ ਥੱਕੇ ਹੋਏ ਹਨ, ਅੱਜ ਦਾ ਦਿਨ ਇਹਨਾਂ ਨੂੰ ਆਰਾਮ ਕਰਨ ਦਿਓ, ਥਕੇਵਾ ਦੂਰ ਕਰੋ। ਕੋਈ ਗੱਲ ਨਹੀਂ, ਜੰਗ ਬਹੁਤ ਹੋਣਗੇ। ਔਰ ਜੰਗ ਕੇ ਕੀਜੇ ਤਿਆਰੇ ਮਰਦੋ ਫੇਰ ਸ਼ਤਰੂ ਨਿਰਪ ਭਾਰੇ। ਦੇਊਗਾ ਸਮਾਂ ਤੁਹਾਨੂੰ ਮੈਂ ਜੰਗ ਕਰਨ ਦਾ, ਫੇਰ ਦੁਸ਼ਮਣ ਨੂੰ ਭਾਵੇਂ ਮਲ ਦਿਓ ਮੱਛਰ ਦੀ ਨਿਆਈ। ਇਮ ਕਹਿ ਕਰ ਸਭ ਸਿੰਘ ਟਿਕਾਏ ਡੇਰੇ ਤੇਰੇ ਮਾਂ ਸੁਖ ਪਾਏ। ਇਉਂ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਏਦਾਂ ਆਗਿਆ ਨਹੀਂ ਦਿੱਤੀ ਬਈ ਜਾ ਕੇ ਕਹਿਲੂਰ ਤੇ ਭੀਮ ਚੰਦ ਦੇ ਰਾਜ ਵਿੱਚ ਜਾਂ ਕਿਤੇ ਹੋਰ ਜਾ ਕੇ ਆਪਣੀ ਮਰਜ਼ੀ ਨਾਲ ਹਮਲਾ ਕਰ ਦਿਓ। ਇਹ ਖਾਲਸਾ ਤਾਂ ਉਦੋਂ ਹੀ ਹਮਲਾ ਕਰਦਾ ਜਦੋਂ ਕੋਈ ਚੜ ਕੇ ਆਉਂਦਾ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਵਾਲੀ ਘਟਨਾ। ਤਾਂ ਇਸ ਕਰਕੇ ਪਾਤਸ਼ਾਹ ਕਹਿੰਦੇ ਨਹੀਂ, ਮਗਰ ਨਹੀਂ ਜਾਣਾ ਉਹਨਾਂ ਦੇ, ਚੜ ਕੇ ਆਉਣਗੇ ਤੇ ਫੇਰ ਸਹੀ, ਤੁਸੀਂ ਆਰਾਮ ਕਰੋ, ਘੋੜਿਆਂ ਨੂੰ ਵੀ ਆਰਾਮ ਦਿਵਾਓ। ਭੀਮ ਚੰਦ ਉਤ ਜਾਗਤ ਪਿਓ ਆਪਣੇ ਨਿਰਪਨ ਕੋ ਦਲ ਪਿਕ ਲਿਓ। ਉਧਰ ਭੀਮ ਚੰਦ ਸਾਰੀ ਰਾਤ ਸੁੱਤਾ ਨਹੀਂ ਹੈ, ਦਿਨ ਚੜਿਆ, ਇਹਨੇ ਆਪਣੇ ਰਾਜਿਆਂ ਦੇ ਦਲ ਨੂੰ ਇਕੱਠਾ ਕੀਤਾ ਤੇ ਕੀ ਦੇਖਦਾ ਹੈ? ਸਹਿਬ ਵਿਸਾਲ ਹੋਏ ਸਭ ਰਹੇ ਲਰਦ ਸਕਲ ਦਿਨ ਸੰਕਟ ਲਾਏ। ਔਰ ਰਾਜਾ ਭੀਮ ਚੰਦ ਕਹਿਲੂਰੀਏ ਵਰਗੇ ਔਰ ਹਡੂਰੀਏ ਵਰਗੇ ਕਟੌਚੀਏ ਵਰਗੇ ਜਿਹੜੇ ਆਪਣੇ ਆਪ ਨੂੰ ਬੜੇ ਘੈਂਟ ਕਹਾਉਂਦੇ ਸੀਗੇ, ਉਹ ਸਹਿਮੇ ਪਏ ਆ ਖਰਗੋਸ਼ ਦੀ ਤਰ੍ਹਾਂ, ਸਹੇ ਦੀ ਤਰ੍ਹਾਂ। ਅੱਜ ਖਾਲਸੇ ਦਾ ਉਹ ਜੰਗ ਦੇਖ ਕੇ ਜਦੋਂ ਛੇਰ ਜੰਗਲ ਵਿੱਚ ਵੜਦਾ ਹੈ, ਜਿਵੇਂ ਪ੍ਰੀਤਮ ਜੀ ਲਿਖਦੇ ਆ, ਗੁਰੂ ਨਾਨਕ ਪਾਤਸ਼ਾਹ ਦੇ ਆਉਣ ਤੇ ਭਾਈ ਗੁਰਦਾਸ ਜੀ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ, ਤਾਰੇ ਛਪ ਅੰਧੇਰ ਪਲੋਆ, ਸਿੱਖ ਬੁੱਕੈ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਇਹ ਹਾਲਤ ਉਸ ਵੇਲੇ ਪਹਾੜੀਆਂ ਦੀ ਕੀਤੀ। ਪਹਿਲਾਂ ਤਾਂ ਖਾਲਸਾ ਕਿਲੇ ਵਿੱਚ ਬੈਠ ਕੇ ਜੰਗ ਲੜ ਰਿਹਾ ਸੀ, ਪਰ ਜਦੋਂ ਖਾਲਸਾ ਕਿਲੇ ਤੋਂ ਬਾਹਰ ਆ ਗਿਆ, ਇਹ ਜੰਗ ਪਹਾੜੀਆਂ ਵਾਸਤੇ ਹੋਰ ਵੀ ਭਿਆਨਕ ਹੋ ਗਈ ਗੁਰੂ ਪਿਆਰਿਓ। ਇਸ ਕਰਕੇ ਰਾਜੇ ਸਾਰੇ ਹੰਡੂਰੀਏ ਵਰਗੇ, ਕਟੌਚੀਏ ਵਰਗੇ, ਭੀਮ ਚੰਦ ਵਰਗੇ ਬੜੇ ਸਹਿਮੇ ਹੋਏ ਸਨ। ਜੇ ਉਪਰੇ ਸੋ ਦੁਖੀ ਵਿਸਾਲੇ ਮਰੇ ਜੰਗ ਨੈ ਲੋਥ ਉਠਾਲੇ। ਉਹ ਜਿਹੜੇ ਬਚ ਗਏ ਗੁਰੂ ਪਿਆਰਿਓ, ਉਹ ਬੜੇ ਦੁਖੀ ਐ, ਤੇ ਜਿਹੜੇ ਮਰ ਗਏ ਉਹਨਾਂ ਦੀ ਤਾਂ ਮੈਦਾਨ ਵਿੱਚੋਂ ਲੋਥਾਂ ਵੀ ਇਕੱਠੀਆਂ ਨਹੀਂ ਕਰ ਸਕੇ। ਕਾਇਲ ਪਰੇ ਸੈਂਕੜੇ ਐਸੇ ਕੇਤਕ ਬਚੇ ਮਰਨ ਹੋਏ ਜੈਸੇ। ਔਰ ਉਹਨਾਂ ਦੇ ਵਿੱਚ ਹੀ ਜਿਹੜੇ ਮਰਨ ਕਿਨਾਰੇ ਪਹੁੰਚ ਗਏ ਸੀ, ਜ਼ਖਮੀ ਹੋ ਕੇ ਤੜਫਦੇ ਰਹੇ ਸਾਰੀ ਰਾਤ। ਕਰੇ ਸੰਭਾਰਨ ਧੀਰਜ ਦੀਨੇ ਕੇਤਕ ਕੋ ਤਨ ਬਖਸ਼ਣ ਕੀਨੇ। ਤੋਂ ਭੀਮ ਚੰਦ ਨੇ ਆਪਣੇ ਰਾਜਿਆਂ ਨੂੰ ਨਾਲ ਲੈ ਕੇ ਉਹਨਾਂ ਬੇਹੋਸ਼ ਹੋਇਆਂ ਨੂੰ ਜਾਂ ਜ਼ਖਮੀ ਹੋਇਆਂ ਨੂੰ ਸੰਭਾਲਣਾ ਕੀਤਾ ਹੈ, ਔਰ ਉਹਨਾਂ ਨੂੰ ਥੋੜਾ ਧੀਰਜ ਦੇਣ ਵਾਸਤੇ ਮਾਇਆ ਵੀ ਵੰਡਦੇ ਹਨ। ਸਿਰੇ ਪਾਓ ਕੇਤਕ ਪਹਿਰਾਏ ਬੈਠਿਓ ਮਹਾਦੀਵਾਨ ਲਗਾਏ। ਔਰ
ਉਹਨਾਂ ਨੂੰ ਖੁਸ਼ ਕਰਨ ਵਾਸਤੇ ਸਰੋਪੇ ਮਾਇਆ ਆਦਿ ਦਿੰਦੇ ਹਨ। ਸਾਰੇ ਪਹਾੜੀਏ ਫਿਰ ਦੀਵਾਨ ਲਾ ਕੇ ਇਕੱਠੇ ਹੋ ਗਏ ਜੀ। ਪੰਜ ਨਰ ਸਗਰੇ ਨਿਰਪਤ ਹਕਾਰੇ ਉਠ ਉਠ ਕਰ ਆਗੇ ਸਤਕਾਰੇ। ਔਰ ਗੁਰੂ ਪਿਆਰਿਓ ਰਾਜੇ ਨੇ ਜਿਹੜੇ ਪਿੱਛੇ ਬੈਠੇ ਸਨ ਜ਼ਖਮੀ ਹੋਏ ਉਹਨਾਂ ਨੂੰ ਅੱਗੇ ਸੱਦਿਆ ਤੇ ਉਹਨਾਂ ਨੂੰ ਇਹ ਸਰੋਪੇ ਦਿੰਦਾ ਹੈ, ਖੁਸ਼ ਕਰਦਾ ਹੈ। मेरे मसलत कर क्वास्ट रनाए अनंतपुर को तज गुर आए। और फिर सारे अपने सरीरक दुखा नु बयान करते हैं कि किस तरह गुरु साहब आनंदपुर छड़ के बाहर आए जी। होते बहर पे सिंह सो थोरे पियो जंग सो पटन के जोरे। और गल्ला करते हैं भीमचंद वर्गे हंडूरीए वर्गे यार इन्ने थोड़े सिंह गुरु दे नाल, पर साडा पहाड़ियां दा तां गाह ही पा दिता इन्हां सिंघां ने, भाजड़ पा दिती है। गल बेसालाम सगुरु टोवा तो खालसा रबियो खलोवा। कमाल होगी, असी तां हजारां दी गिनती विच फौज ढो दिती आ, क्योंकि 22 धार दे बहाई राजे और 22 राजियां दीयां जितनियां फौजां सन ਉਹ ਸਾਰੀਆਂ ਇਹਨਾਂ ਨੇ ਇਕੱਠੀਆਂ ਕਰਕੇ ਬਿਠਾਈਆਂ ਹੋਈਆਂ ਸਨ ਬਿਉਂਤਬੰਦੀ ਨਾਲ। ਬਈ ਜਦੋਂ ਗੁਰੂ ਗੋਬਿੰਦ ਸਿੰਘ ਫੌਜਾਂ ਨੂੰ ਲੈ ਕੇ ਕਿਲੇ ਚੋਂ ਬਾਹਰ ਆਉਣਗੇ ਆਪਾਂ ਹਮਲਾ ਕਰਕੇ ਇਹਨਾਂ ਨੂੰ ਦਬੋਚ ਲਵਾਂਗੇ। ਪਰ ਖਾਲਸੇ ਦੀ ਚਲਦੀ ਤਲਵਾਰ ਜਦ ਅੰਨ੍ਹੇਵਾਹ ਚੱਲਦੀ ਹੈ ਫਿਰ ਇੱਕ ਦੋ ਨਹੀਂ, ਬਸ ਫਿਰ ਬਾੜ ਹੀ ਪਾਉਂਦੀ ਤੁਰੀ ਜਾਂਦੀ ਹੈ। ਹੁਣ ਪਹਾੜੀਏ ਬੈਠ ਕੇ ਗੱਲਾਂ ਕਰਦੇ ਨੇ, ਯਾਰ ਕਮਾਲ ਹੋ ਗਈ, ਅਸੀਂ ਤਾਂ ਸਾਰੀਆਂ ਧਾਰਾਂ ਦੀ फौज ढो दी, पर यह खालसा फिर भी डरिया नहीं, भजिया नहीं, रुपयो खड़ोवा भाव अड़के खड़ा रहा। मरे सैकड़े घायल हो है नहीं पलाए ना लरे सुकरो है। तो ये जिहड़ियां फौजां हन, ये जिहड़ा खालसा है गुरु का, ये भजिया नहीं और अपने बहुत सारे घायल भी करवा ले, पर सिंह भजे ही नहीं। वही बेहाल बहानी सारे लूट कोट कर दून उजारे। और इन्हां सिंघां ने साडी दून दा इलाका लुट कुट के उजाड़ दिता है, क्योंकि जब हमले होने लगे फिर घरां तक भी फौजां पहुंच गईयां। जिथे जिथे कोई सीगा उथों तक फौजां ने गुरु प्यारो वाड़ कीती आ इन्हां दुष्टां दी। और हुण गल्लां करदे आ भीमचंद वर्गे, कहंदे इन्हां सिंघां ने तां साडी वाहणी भाव सारी फौज नूं हालों बेहाल कर दिता है, लुट कुट के। करे युद्ध ते नायन लखियत आज न चढ़े कहां विद पिखियत। और ये लगता है युद्ध तो जंग तो टलदे नहीं, पर अज इन्हां ने चढ़ाई नहीं कीती। शाहो निकट प्रधान बिठायो तिसको लिखियो प्रथम में आयो। पता नहीं हुण की ब्योंत बनाउंदे होणगे, अज क्यों नहीं आए पहाड़ीए सोचदे ने भी दिल चढ़ गया, हजी तक उन्होंने साडे ते दोबारा हमला नहीं किया। गुरु साहब ने रोक लिया, जाण नूं तां तैयार सी। तां गुरु प्यारिओ ये सलाह करदे हन, फिर कहंदे हन यार ऐदा करिए बादशाह दे वजीर नूं पीए नूं आपां एक चिट्ठी लिखिए जी। सिरंद को शोभा चढ़ियावे हमरे करे सहाय सोतावे। और चिट्ठी विच लिखो कि गुरु गोबिंद सिंह बागी हो गया है, ओदे सिंह बागी हो गए हन, वो सानू बड़ा दुख पहुंचा रहे हन। और सरहंद दा सूबेदार जेड़ा है फौज लेके आवे जी। हुक्म साहब को तब हो गयो अब लो आपन सोने पियो। पर कमाल हो गई, चिट्ठियां तां पहला भी आपां भेजियां सीगियां यार, क्योंकि इन्हां ने जिहड़ा पहला जंग कीता है पहला चिट्ठियां भेजियां केंद्र सरकार नूं, सेंटर सरकार नूं, औरंगे वर्गियां नूं, और औरंगे वर्गियां ने अपनी फौज नहीं भेजी। इन्हां ने सोचा यार शायद आपां कल्ले जित लवांगे, आपां इदां करदे आ सारे ही पहाड़ी 22 धार दे राजियां दी फौज इकट्ठी करके लड़दे। जब अपनी बहुत गिनती च फौज होगी तो फिर तो डर जाएंगे, फिर आप फड़ लवांगे। पर उस वेले खालसा अपने किले दे विच सी आनंदपुर साहब दे, इस करके उस वेले इन्हां दी चंगी बाढ़ पई गुरु प्यारिओ। ते अखीर ये डरदे होए भज गए जदों इन्हां दा कोई वाह ना चली। ते फिर हुण दोबारा फिर सोचते हैं कि चिट्ठी लैके आपां केंद्र तो चिट्ठी लिख के सेंटर तो औरंगे तो
ਫੌਜ ਮੰਗਾਈਏ, ਚਾਹੇ ਨੇੜੇ ਸਾਡੇ ਸਰਹੰਦ ਪੈਂਦੀ ਹੈ, ਉਥੋਂ ਵਜੀਦਾ ਆ ਜਾਵੇ ਜੀ। ਪਟੇ ਪ੍ਰਧਾਨ ਅੱਜ ਕੋ ਔਰ ਮਿਲੇ ਜਾਏ ਸਿਰੰਦ ਕੀ ਥੌਰ। ਐ ਕਰੋ ਆਪਾਂ ਕਿਸੇ ਹੋਰ ਵਜ਼ੀਰ ਨੂੰ ਭੇਜਦੇ ਆ, ਜਿਹੜਾ ਜਾ ਕੇ ਸਰਹੰਦ ਦੇ ਰਾਜੇ ਨੂੰ ਇਹ ਸਾਡੀ ਚਿੱਠੀ ਦੇਵੇ ਜੀ। ਜੈਸੇ ਕੈਸੇ ਸੁਧ ਲੈ ਆਵੇ ਕਹਿ ਵਜ਼ੀਰ ਕਾ ਜਾਏ ਚੜਾਵੇ। ਭੇਜੋ ਕੋਈ ਬੰਦਾ ਯਾਰ, ਆਪਾਂ ਚਿੱਠੀ ਲਿਖ ਕੇ ਐਂ ਤਾਂ ਲੋਟ ਨਹੀਂ ਆਉਣਾ। ਉਹਨਾਂ ਨੂੰ ਕਹੀਏ ਕਿ ਜੇ ਤੁਸੀਂ ਸਾਡੀ ਮਦਦ ਨਾ ਕੀਤੀ, ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਡੇ ਤੇ ਹਮਲਾ ਕਰ ਦੇਣਾ ਹੈ। ਬਾਦਸ਼ਾਹ ਦਾ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਆਏ ਹੈ। ਔਰ ਗੁਰੂ ਸਾਹਿਬ ਜੀ ਦੇ ਉਹ ਪਾਵਰ ਜਿਹੜੀ ਹੈ ਪੰਜਾਬ ਦੇ ਅੱਜ ਦੇ ਨੌਜਵਾਨਾਂ ਵਿੱਚ ਵੀ ਦੇਖਣ ਨੂੰ ਮਿਲਦੀ ਆ। ਉਹ ਸਤਨਾਮ ਪਿੱਛੇ ਜੇ ਲੱਗਦਾ ਸੀ ਲੋਕਾਂ ਨੂੰ, ਬੰਬੇ ਵਾਲਿਆਂ ਨੇ ਇੱਕ ਫਿਲਮ ਬਣਾ ਦਿੱਤੀ ਉਡਤਾ ਪੰਜਾਬ, ਬਈ ਪੰਜਾਬੀ ਜਿਹੜੇ ਆ ਉਹ ਤਾਂ ਸ਼ਾਇਦ ਨਸ਼ਿਆਂ ਵਿੱਚ ਹੀ ਗਲਤਾਨ ਹੋ ਗਏ, ਸ਼ਾਇਦ ਪਰਖੇ ਨਹੀਂ ਸੀ ਨੌਜਵਾਨ। ਪਰ ਅੱਜ ਪਤਾ ਲੱਗ ਗਿਆ ਵੀ ਨਹੀਂ, ਸਾਡਾ ਪੰਜਾਬ ਉਡਤਾ ਨਹੀਂ ਪੜਤਾ ਹੈ ਔਰ ਪੜਾਤਾ ਵੀ ਹੈ। ਕਹੋ ਸਤਨਾਮ। ਇਸ ਕਰਕੇ ਗੁਰੂ ਪਿਆਰਿਓ, ਉਹ ਜਿਹੜੀ ਜੁਰਤ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਦਿੱਤੀ ਤਾਂ ਸਾਰਿਆਂ ਨੂੰ ਸੀਗੀ, ਪਰ ਕਿਸੇ ਨੇ ਮੰਨੀ ਨਹੀਂ ਦੇਣੀ ਤਾਂ ਪਹਾੜੀਆਂ ਨੂੰ ਵੀ ਚਾਹੁੰਦੇ ਸੀਗੇ। ਪਹਾੜੀਆਂ ਨੂੰ ਕਿਹਾ ਸੀਗਾ ਤੁਸੀਂ ਅੰਮ੍ਰਿਤ ਛਕ ਲਓ, ਸਾਡੇ ਨਾਲ ਰਲ ਜਾਓ, ਤੁਹਾਨੂੰ ਪੱਕੇ ਰਾਜੇ ਬਣਾ ਦੇਵਾਂਗੇ। ਪਰ ਉਹ ਪਹਾੜੀਏ ਕਹਿੰਦੇ ਸਾਨੂੰ ਅੰਮ੍ਰਿਤ ਤਾਂ ਛਕਾ ਦਿਓ, ਪਰ ਕੱਲਿਆਂ ਨੂੰ ਅੱਡ ਕਰਕੇ ਛਕਾਓ, ਕਿਉਂਕਿ ਅਸੀਂ ਬ੍ਰਾਹਮਣ ਹੁੰਨੇ ਆ, ਹਿੰਦੂ ਹੁੰਨੇ ਆ। ਔਰ ਦੂਸਰੀ ਗੱਲ ਜਿਹੜੀ ਹੈ ਕਿ ਅਸੀਂ ਜਿਹੜਾ ਹੈ ਬੋਦੀ ਤੇ ਧੋਤੀ ਜਿਹੜੀ ਹੈ ਇਹ ਨਹੀਂ ਛੱਡਣੀ, ਕੇਸ ਨਹੀਂ ਰੱਖਣੇ, ਅਸੀਂ ਗਾਤਰਾ ਨਹੀਂ ਪਾਉਣਾ, ਜਨੇਊ ਪਾ ਕੇ ਰੱਖਾਂਗੇ। ਪਾਤਸ਼ਾਹ ਕਹਿੰਦੇ ਆਪਦਾ ਕੰਮ ਕਰੋ, ਫਿਰ ਐਦਾਂ ਅੰਮ੍ਰਿਤ ਨਹੀਂ ਮਿਲਦਾ। ਕੋ ਸਤਨਾਮ। ਅਸੀਂ ਤਾਂ ਜਿਹੜੀ ਮਰਜ਼ਾਦਾ ਬਣਾਈ ਹੈ ਇਹਦੇ ਵਿੱਚ ਹੀ ਤੁਹਾਨੂੰ ਜਿਹੜਾ ਹੈ ਆਉਣਾ ਪੈਣਾ ਹੈ। ਇਸ ਕਰਕੇ ਸਤਿਗੁਰਾਂ ਨੇ ਉਹਨਾਂ ਨੂੰ ਅੰਮ੍ਰਿਤ ਨਹੀਂ ਦਿੱਤਾ। ਪਰ ਇਧਰ ਜਿੱਥੇ ਜਿੱਥੇ ਪਾਤਸ਼ਾਹ ਜੀ ਨੇ ਆਪਣੀ ਬਖਸ਼ਿਸ਼ ਕਿਰਪਾ ਦ੍ਰਿਸ਼ਟੀ ਖੰਡੇ ਬਾਟੇ ਰਾਹੀਂ ਬਖਸ਼ੀ ਹੈ, ਉਹ ਅੱਜ ਵੀ ਉਹਦਾ ਅੰਸ਼, ਉਸ ਦਾ ਗੁਰੂ ਪਿਆਰਿਓ ਜਿਹੜਾ ਹੈ ਅੰਸ਼ ਵੰਸ਼ ਸਾਡੀ ਪੰਜਾਬ ਦੀ ਕੌਮ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ। ਗੁਰੂ ਕਿਰਪਾ ਕਰੇ। ਮੇਰੇ ਪ੍ਰੀਤਮ ਜੀ ਨੂੰ ਗੁਰੂ ਪਿਆਰਿਓ ਇਸ ਤਰ੍ਹਾਂ ਭੀਮ ਚੰਦ ਵਰਗੇ ਚਿੱਠੀ ਲਿਖ ਕੇ ਵਜੀਦੇ ਵਰਗਿਆਂ ਨੂੰ, ਸਰਹੰਦ ਦੇ ਸੂਬੇਦਾਰਾਂ ਨੂੰ ਬੁਲਾਉਣਾ ਚਾਹੁੰਦੇ ਹਨ। ਭੀਮ ਚੰਦ ਤੇ ਸੁਣ ਕਰ ਕਾਨ, ਭੂਪ ਚੰਦ ਤਬ ਕੀਨ ਬਖਾਨ। ਤਾਂ ਗੁਰੂ ਪਿਆਰਿਓ ਭੀਮ ਚੰਦ ਦੀ ਇਹ ਗੱਲ ਸੁਣ ਕੇ ਰਾਜੇ ਕਹਿਣ ਲੱਗੇ ਜੀ, ਬਿਨਾ ਸਾਉ ਕੀ ਸੈਨਿਕ ਨੇਰੇ, ਗੁਰੂ ਨਹਾਰੇ ਮੈਂ ਪਲੇਰੇ। ਇਹਨਾਂ ਚੋਂ ਰਾਜਾ ਇੱਕ ਭੂਮ ਚੰਦ ਉਹ ਕਹਿਣ ਲੱਗਿਆ, ਰਾਜਾ ਸਾਹਿਬ ਗੱਲ ਤੁਹਾਡੀ ਸਹੀ ਆ, ਬਈ ਇਹ ਸਾਥੋਂ ਤਾਂ ਕਾਬੂ ਚ ਨਹੀਂ ਆ ਸਕਦੇ ਜਿੰਨਾ ਚਿਰ ਸੈਂਟਰ ਦੀ ਫੌਜ ਨਾ ਆਵੇ ਜੀ। ਪਹਿਰ ਦੁਰਗ ਤੇ ਨਾ ਨਿਉਟਾ, ਪਿਓ ਨਾ ਸੰਗਰ ਕਲ ਕਛ ਖੋਟਾ। ਯਾਰ ਕਿਲੇ ਤੋਂ ਨਿਕਲਦਿਆਂ ਹੀ ਬਿਨਾਂ ਕਿਸੇ ਓਟ ਤੋਂ ਉਹਨਾਂ ਨੇ ਸਾਡੇ ਅੰਦਰ ਧੁੰਮ ਮਚਾ ਦਿੱਤੀ ਹੈ। ਕੱਲ ਜਿਹੜਾ ਜੰਗ ਹੋਇਆ ਨਾ, ਇਹਦੇ ਵਿੱਚ ਇਦੋਂ ਵੱਡਾ ਜੰਗ ਤਾਂ ਆਪਾਂ ਕਰ ਨਹੀਂ ਸਕਦੇ। ਇੱਕ ਵਾਰੀ ਪਹਿਲਾਂ ਕਿਲੇ ਨੂੰ ਘੇਰਾ ਪਾ ਕੇ ਕਰਕੇ ਦੇਖ ਲਿਆ, ਉਦੋਂ ਵੀ ਹਾਰ ਗਏ। ਕਿਲੇ ਚੋਂ ਗੁਰੂ ਸਾਹਿਬ ਨੂੰ ਬਾਹਰ ਕੱਢ ਕੇ ਕਰਕੇ ਦੇਖਿਆ, ਉਹਦੇ ਵਿੱਚੋਂ ਵੀ ਹਾਰ ਗਏ। ਕਹਿੰਦੇ ਆਪਾਂ ਇਦੋਂ ਵੱਡਾ ਜੰਗ ਤਾਂ ਹੁਣ ਕਰ ਨਹੀਂ ਸਕਦੇ ਜੀ। ਦਲ ਪਰ ਕਰੇ ਕਨੀ ਹਟਾਵਨਾ, ਪਰੇ ਬ੍ਰਿੰਦਗਨ ਪਰੇ ਕਰਾਏ। ਉਹ ਦਲ ਪਰ ਕਰੀ ਘਣੀ ਫਟਵਾਹੇ, ਮਰੇ ਬ੍ਰਿੰਦਗਨ ਪਰੇ ਕਰਾਹੇ। ਔਰ ਸਾਡੇ ਦਲ ਤੇ ਸਾਡੀ ਫੌਜ ਤੇ ਇਹਨਾਂ ਸਿੰਘਾਂ ਨੇ ਚਵੜੀ ਮਾਰ ਕੀਤੀ ਆ। ਕਿਤਨੇ ਹੀ ਮਰ ਗਏ ਤੇ ਕਿਤਨੇ ਜ਼ਖਮੀ ਹੋਏ ਕਰਾ ਰਹੇ ਹਨ। ਤੁਮ ਪ੍ਰਥਮੇ ਨੇ ਜੰਗ ਮਚਾਓ, ਪਰੇ ਰਹੋ ਸਨਮੁਖ ਦ੍ਰਿਸ਼ਟਾਵੋ। ਔਰ ਆਪਾਂ ਪਹਿਲਾ ਜੰਗ ਨਾ ਕਰੀਏ, ਹੁਣ ਦੇਖਦੇ ਰਹੋ ਇਹਨਾਂ ਨੂੰ ਕੀ ਕਰਦੇ ਐ। ਸੂਬਾ ਜਬ ਸਿਰੰਦ ਕੋ ਆਵੇ, ਤੈਸੋ ਮਿਲਪਨ ਗੁਰ ਹਰਾਵੇ। ਜਦੋਂ ਸੂਬੇ ਸਰਹੰਦ ਦੀ ਫੌਜ ਆ ਗਈ, ਫਿਰ ਆਪਾਂ ਇਕੱਠੇ ਹੋ ਕੇ ਦੁਬਾਰਾ ਹਮਲਾ ਕਰਾਂਗੇ। ਨਾਹਕਨ ਸੋਪਟ ਹਜ਼ਾਰੋਂ ਮਰੇ, ਕਿਸ ਪ੍ਰਕਾਰ ਕਛ ਕਾਜ ਨਾ ਸਰੇ। ਆਪਾਂ ਨਾ ਹੱਕ ਬਿਨਾ ਕਾਰਨ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਪਹਾੜੀ ਫੌਜੀ ਮਰਵਾ ਲਏ ਹਨ, ਪਰ ਆਪਣਾ ਕੁਝ ਵੀ ਸਰਿਆ ਨਹੀਂ ਜੀ। ਕਰ ਮਸਲਾ ਤੇ ਮਾਗਿਰ ਪਤ ਸਾਰੇ, ਸਚਿਵ ਪਠਾਇਓ ਬਿਨਾ ਅਵਾਰੇ। ਔਰ ਇਹਨਾਂ ਨੇ ਸਲਾਹ ਕਰਕੇ ਭੀਮ ਚੰਦ ਵਰਗਿਆਂ ਨੇ ਬਿਨਾ ਦੇਰ ਲਾਇਆ ਇੱਕ ਚਿੱਠੀ ਲਿਖੀ ਆ, ਔਰ ਵਜ਼ੀਰ ਨੂੰ ਦੇ ਕੇ ਸੂਬੇ ਸਰਹੰਦ ਵੱਲ
ਭੇਜ ਦਿੱਤਾ ਹੈ ਜੀ। किम बिलंब आवन में होए फिरे न शाहो हुक्म के जोए। ਔਰ ਵਿੱਚ ਲਿਖਿਆ ਹੈ ਕਿ ਜੇ ਬੰਦਾ ਹੱਥੀ ਜਾਵੇ ਜਲਦੀ ਜਾਵੇ ਤੇ ਫਿਰ ਦੇਰ ਨਹੀਂ ਲੱਗਣੀ ਤੇ ਜੇ ਉਹ ਆ ਗਿਆ। सबने भेद पटावो सुध को आनो चम करो बड़ बुध को। ਔਰ ਜਾ ਕੇ ਸਾਡਾ ਵਜ਼ੀਰ ਆਪਣੇ ਮੂੰਹੋਂ ਵੀ ਗੱਲਾਂ ਦੱਸੇ ਵੀ ਕਿਸ ਤਰ੍ਹਾਂ ਗੁਰੂ ਦੀਆਂ ਫੌਜਾਂ ਨੇ ਸਾਡੀ ਪਹਾੜੀ ਫੌਜਾਂ ਦੀ ਮਾਰ ਕੀਤੀ ਹੈ। अपने मुखों भी जाके दसना करे और दसना करे कि तहानू जल्दी जाना चाहिए जी। वस्त जब पेट पठाए मंत्री क्यों विलंब सुहाए। और इन्हां ने रिश्वत रूप दे विच अनोखियां वस्तुआं जा माया सोना चांदी रुपये मोहरा आदि भी भेजनियां कीतियां कि वजीदा आ जावे। निज सुबटन को कमर कसाए ठाडे करे अग्र समुदाय। और उस नूं भेजण तो बाद अपनी फौज नूं दोबारा फिर तैयार करते हैं लड़ाई करने वास्ते। पर खड़े रहो हजे रासत रिदिना धीरज तर औचकाए सिंह न पर। पर जिन्हां पहाड़ियां ने कल जंग हुंदा वेखिया किले तो बाहर सिंघां दी तलवार चलदी वेखी है उन्हां नूं तां अज भी वो दिखाई दे रहे ने। डरदियां दा सिंघां दे वल मूंह नहीं हो रहा। सर्व प्रकार करे तकराए रखे तो रंगण जीन पवाए। पर इह अड़ी खोर राजे भीम चंद ने बड़ी अड़ी कीती हुई है। जे शन विच आ जांदा ते ना गुरु साहब नूं जाना पैना सी ना पहाड़ियां ने मरना सी। कहो सतनाम। पर ये अड़ी करके बैठा है ते जदों कोई इहो जिहा राजा अड़ी करदा है वो आप दा नुकसान तां कराउंदा है अपनी जनता दा नुकसान भी करवा लैंदा। कहो सतनाम। अड़ी चंगी नहीं हुंदी। खैर गुरु प्यारिओ इन्हां ने हर तरह नाल तकड़ाई कीती है। घोड़ियां ते काठियां पा के रखियां बई सरहंद कोई बहुती दूर नहीं है। वजीर जावेगा घोड़सवार जल्दी उन्हां दी फौज लेके आ जावेगा। असी तैयार रहिए जी। सन्मुख डेरो दोए दले के पिछे परस पर उच्चे बल को। इधर फौजां बैठियां गुरु गोबिंद सिंह जी दे कोल सतगुरां दा भी उच्ची थां ते आसन लग्या होया है ते दूजे पासे पहाड़िए भी अपनी फौज नूं इकट्ठी करके बैठे हन। कंबुश में आने गणताने खरे निशान चीर फहराने। इधर गुरु किया फौजा ने भी तंबू लाए हुए हन और निशान झुल रहे हन। उन्होंने भी अपने रंग दे निशान लाए है। ढोलन पटे बजावे नौबत आपस विखे सुनावे। इधर भी रंजीत नगारा वजदा कन पाणवी आवाज पहाड़ियां दे दिल हलदे है वो भी अपने ढोल बजा रहे ने। बद्यो विरोधाधिक दल दो चाहत जुद क्रोधत चित सो। बड़ा विरोध बढ़ चुकिया है। इधर खालसे नूं तां पातशाह जी ने बंद रखे है आगे नहीं दे रहे। आगे तो बगैर सिख जाते नहीं और पातशाह कहने हले नहीं जाना सोनू समा देवांगे। दोपहरा सतगुरु करके उठे राम। इस तरह दोपहरे ढले सतगुरा ने आराम किया है जी। बीजिया मर्चे लाइचे सरदाई सो बदाम। और दोपहरे गुरु किया फौजा का एक सिस्टम है शरदाई तैयार करनी। उदों चाह चूहा नहीं सी हुंदियां बदाम आदि। यह गुरु प्यारिओ ਜਿਹੜੀਆਂ पॉजिटिव चीज़ां हुंदियां शरीर नूं ताकत देने वालियां ਇਹ पा करके जिहड़ा है शरदाई रगड़ी जाती है। इस करके गुरु किया फौजा ने शरदाई रगड़ी है। छतरे तार मावा वड करियो देव दास से निच कर तरियो। इस तरह सतगुरा ने वो शरदाई जिहड़ी है शकनी कीती है। पुण्य स्नान कर निर्मल नीरा पहरे सुंदर चीर शरीरा। और पातशाह जी तैयार पर तैयार हो गए। फिर दोबारा दोपहरे स्नान कर दिया लोड़ पैण ते नवे वस्त्र ते नवे शस्त्र आदि धारण कर लए जी। ऊंचे तल शुभ फर्श करायो रुचिर विशाल प्रयंक डसायो। और पातशाह जी दा उसे ऊंचे थां ते पलंगा ढा दिता है जी। इस पर चिरे जाए गोसाए ऊपर शम्याना दुत पाए। और चंदोआ सजा दिता है सतगुरां दे ऊपर। सतगुरु उस दे ऊपर विराजमान हो गए जी। बेचक केस पास दिस काला कंगा कर बे लगे कृपाला। और सतगुर पलंगे ते बैठ के गुरु प्यारिओ दस्तार सजाउण तो पहला केसां नूं कंगा करदे हन। सुट सुंदर बंदी दस्तारो ऊपर जिगा दे पत दुत चारो। दस्तार सजा लई है ऊपर जिगा
ਜੋ ਮੋਤੀਆਂ ਦੀਆਂ ਲੜਾਂ ਇਦਾਂ ਦੋਨੇ ਪਾਸੇ ਲੱਗਦੀਆਂ ਦਸਤਾਰ ਦੇ ਉੱਪਰ ਕਲਗੀ ਸਜਾਈ ਹੈ। जबर जवार जागत जोते कलगी तुम अधिक छब होते। ਔਰ ਹੀਰੇ ਜਵਾਹਰਾਤਾਂ ਦੇ ਨਾਲ ਤਿਆਰੀ ਕੀਤੀ ਹੋਈ ਕਲਗੀ ਜਦ ਸਜਾਈ ਹੈ, ਚਿਹਰੇ ਦੀ ਰੌਣਕ ਹੋਰ ਵੀ ਵੱਧ ਗਈ ਹੈ। सूरजमुखी लिए कर खरियो ऊपर चमर चला चल टुरियो। ਔਰ ਗੁਰੂ ਕੀਆਂ ਫੌਜਾਂ ਸਤਿਗੁਰਾਂ ਦੇ ਉੱਪਰ ਸੂਰਜਮੁਖੀ ਭਾਵ ਹੱਥ ਵਾਲਾ ਪੱਖਾ ਚੱਲ ਰਹੀਆਂ ਹਨ। खल खल बिके सुचेता करके केसर को जुते अदब सुधर के। ਇਸ ਤਰ੍ਹਾਂ ਸਤਿਗੁਰਾਂ ਨੇ ਸਾਰੇ ਕੇਸਾਂ ਨੂੰ ਸੁਧਾਰ ਕਰਕੇ ਆਪਣੀ ਦਸਤਾਰ ਸਜਾਈ ਹੈ। ਸਿੰਘਾਂ ਨੇ ਵੀ ਆਪਣੇ ਕੇਸਾਂ ਨੂੰ ਵਾਹ ਕਰਕੇ ਦਸਤਾਰਾਂ ਸਜਾਈਆਂ ਜੀ। बंद बंद कर सिर पर पाग आए सिंह सभा शुभ लाग। ਔਰ ਗੁਰੂ ਕੀਆਂ ਫੌਜਾਂ ਵੀ ਤਿਆਰ ਪਰ ਤਿਆਰ ਹੋ ਕੇ ਗੁਰੂ ਸਾਹਿਬ ਦੇ ਕੋਲ ਆ ਗਈਆਂ। कर कर दर्शन सिर ते नमै थिरियो खालसा सब ते समय। ਨਮਸਕਾਰ ਕਰਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਰਹੇ ਹਨ। आओ देत मोचन पर दोए करते शमस सुधारत गोए। ਜਿਵੇਂ ਫੌਜਾਂ ਦਾ ਸੁਭਾਅ ਹੁੰਦਾ ਹੈ, ਕਿਉਂਕਿ ਅੰਦਰ ਬੜਾ ਜੋਸ਼ ਹੈ, ਇਹਨਾਂ ਪਹਾੜੀਆਂ ਨੂੰ ਹੁਣ ਚੰਗੀ ਤਰ੍ਹਾਂ ਲੋਹੇ ਦੇ ਚਲੇ ਚਵਾਉਣੇ ਆ ਜਿਨ੍ਹਾਂ ਨੇ ਪਿੱਛੋਂ ਹਮਲਾ ਕੀਤਾ ਸਾਡੇ ਤੇ। ਉਹ ਭਾਈ ਸਾਹਿਬ ਨੇ ਸਮੇਂ ਦੇ ਮੁਤਾਬਕ ਲਿਖਿਆ ਕਿ ਸਿੰਘ ਮੁਸ਼ਹਿਰਿਆਂ ਨੂੰ ਮੁੱਛਾਂ ਨੂੰ ਤਾ ਦੇ ਰਹੇ ਹਨ, ਗੁਰੂ ਸਾਨੂੰ ਹੁਕਮ ਕਰਨ ਤੇ ਅਸੀਂ ਇਹਨਾਂ ਨੂੰ ਦਸੀਏ ਖਾਲਸਾ ਹੁੰਦਾ ਕੀ ਹੈ। ਅੱਗੇ ਕੀ ਹੋਇਆ, ਭੀਮ ਚੰਦ ਦੇ ਸੱਦੇ ਹੋਏ ਪਹਾੜੀਏ ਦੇ ਸੱਦੇ ਹੋਏ ਵਜੀਦੇ ਵਰਗੇ ਵਜ਼ੀਰ ਸਰਹੰਦ ਵਾਲੇ ਆਉਂਦੇ ਆ ਕਿ ਨਹੀਂ ਆਉਂਦੇ, ਇਹ ਵਿਚਾਰਾ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास। हे पूर्ण हे सर्व पंचन गुणतास। हे संगी हे निरंकार हे निर्गुण गुण सब टेक। हे गोविंद हे गुण निधान जाके सदा विवेक। हे अपरंपर हर हरे कहती हो बनहार। हे संत कै सदा संग निगारा आधार। हे ठाकुर हों दास रो मैं निर्गुण गुण नहीं कोई। नानक दीजै नाम दान राखो ये परोए। आए प्रभ शरणागति कृपा नित दयाल। एक अखर हर मन बसत नानक होत निहाल। एक ओंकार सतगुरु तेह प्रसाद सच हुए। वाहिगुरु जी की फतेह विघ्न है। विनाशन सोए। वाहिगुरु जी की फतेह है। विघ्न विनाशन सोए। वाहिगुरु जी का खालसा वाहिगुरु जी की फतेह।